ਕਹਾਣੀ ਦਾ ਸਰਨਾਮਾ ਗੁੰਝਲਾਂ। ਲਿਖਾਰੀ ਦਾ ਨਾਂ ਕਰਾਮਤ ਮੁਗਲ। ਮੇਰੀ ਸੋਚ ਨੈਗੇਟਿਵ ਹੁੰਦੀ ਜਾ ਰਹੀ ਏ। ਕ੍ਰਿਸਟੋਫਰ ਮੇਰੇ ਕੋਲ ਆਣ ਖਲੋਤਾ ਹੌਲੀ ਜਿਹੀ ਮੈਨੂੰ ਦੱਸਣ ਲੱਗਾ। ਮੈਂ ਉਹਦੇ ਵੱਲ ਵੇਖਿਆ। ਅੱਖਾਂ ਅੰਦਰ ਨੂੰ ਵੜਨ ਨਾਲ ਕਾਲੇ ਹਲਕੇ ਬਣ ਰਹੇ ਸਨ। ਜਲ ਨਾਲ ਉਤਾਂਹ ਨੂੰ ਵਾਲ ਖਲੋਤੇ ਹੋਏ ਸਨ। ਖਾਕੀ ਜੀਨ ਤੇ ਹਾਫ ਬਾਜ਼ੂ ਟੀ-ਸ਼ਰਟ ਪਾਈ, ਕਿਸੇ ਖਾਂਦੇ ਪੀਂਦੇ ਘਰ ਵਾਲਿਆਂ ਵਰਗਾ ਗੋਰਾ ਚਿੱਟਾ ਰੰਗ। ਸਰ, ਮੇਰੀ ਸੋਚ ਵਾਕਈ ਨੈਗੇਟਿਵ ਹੁੰਦੀ ਜਾ ਰਹੀ ਏ। ਕ੍ਰਿਸਟੋਫਰ ਆਪਣੀ ਗੱਲ ਨੂੰ ਤਰਲੇ ਵਾਂਗ ਦੁਹਰਾ ਰਿਹਾ ਏ। ਇਸ ਵਾਰ ਮੈਂ ਉਹਦੇ ਵੱਲ ਘੱਟ ਹੀ ਧਿਆਨ ਦਿੱਤਾ। ਆਪਣਾ ਰਜਿਸਟਰ ਬੰਦ ਕਰਦਿਆਂ, ਕਲਮ ਚੁੱਕਦਿਆਂ ਉਸ ਨੂੰ ਕਿਹਾ ਕਿ ਉਹ 1 ਵਜੇ ਤੋਂ ਬਾਅਦ ਸਟਾਫ ਰੂਮ ਵਿੱਚ ਆ ਕਰ ਮੇਰੇ ਨਾਲ ਤਫਸੀਲੀ ਗੱਲ ਕਰੇ, ਕਿਉਂਕਿ ਉਹ ਆਪਣੀ ਚਾਚੇ ਦੀ ਧੀ ਕਜ਼ਨ ਨਾਲ ਕਾਲਜ ਆਂਦਾ ਸੀ ਤੇ ਕ੍ਰਿਸਟਨਾ ਵਿੱਚ ਚਾਚੇ ਦੀ ਧੀ ਨਾਲ ਵਿਆਹ ਨਹੀਂ ਹੋ ਸਕਦਾ, ਜਿਵੇਂ ਮੁਸਲਮਾਨ ਕਰੀ ਜਾਂਦੇ ਸਨ। ਮੈਂ ਆਪਣੇ ਆਪ ਵਿੱਚ ਸੋਚਿਆ, ਸ਼ਾਇਦ ਕੋਈ ਅਜਿਹਾ ਮਸਲਾ ਹੀ ਨਾ ਬਣ ਗਿਆ ਹੋਵੇ। ਇਸ ਕਾਲਜ ਵਿੱਚ ਪਿਛਲੇ 1 ਮਹੀਨੇ ਤੋਂ ਮੈਂ ਵਿਜ਼ਿਟਿੰਗ ਲੈਕਚਰਰ ਦੇ ਤੌਰ 'ਤੇ ਆ ਰਿਹਾ ਸਾਂ। 11 ਵਜੇ ਤੋਂ ਲੈ ਕੇ 1 ਵਜੇ ਤੱਕ ਮੇਰੇ ਕੋਲ ਡਰਾਮੇ ਦਾ ਤੇ ਅਮਰੀਕੀ ਅਦਬ ਦਾ ਪਰਚਾ ਸੀ, ਜਿਹਦੇ ਵਿੱਚ ਕਾਫੀ ਖੁੱਲ੍ਹ-ਡੁੱਲ੍ਹ ਵਾਲਾ ਮਵਾਦ ਲੱਭ ਜਾਂਦਾ ਏ। ਨਵੀਂ ਜਨਰੇਸ਼ਨ ਹੁਣ ਉੱਕਾ ਹੀ ਸ਼ਰਮੀਲੀ ਨਹੀਂ ਰਹੀ। ਸੈਕਸ ਨਾਲ ਜੁੜੇ ਸਵਾਲਾਂ ਨੂੰ ਵੀ ਬਿਲਾ ਝਿਜਕ ਪੁੱਛਦੀ ਏ। ਇੱਕ ਸਾਡਾ ਵੇਲਾ ਸੀ ਕਿ ਮੈਂ ਮੁਸਰਤ ਦਾ ਚਿਹਰਾ ਵੇਖਣ ਲਈ 2 ਵਰ੍ਹੇ ਤਰਸ ਗਿਆ ਸਾਂ। ਉਹ ਹੱਥਾਂ ਉੱਤੇ ਕਾਲੇ ਦਸਤਾਨੇ ਪਾਂਦੀ, ਪੈਰੀਂ ਬੰਦ ਜੁੱਤੀ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਾਲੇ ਬੁਰਖੇ ਵਿੱਚ ਲਵੇਟੀ ਰੱਖਦੀ, ਤੇ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਤੇ ਸੰਘਣੀਆਂ ਪਲਕਾਂ ਵਿੱਚ ਹੀ ਮੈਨੂੰ ਸਾਰੀ ਦੁਨੀਆ ਦੀ ਖੂਬਸੂਰਤੀ ਵਿਖਾਈ ਦਿੰਦੀ। ਮੈਂ ਮੇਰੀ ਗੱਲ 'ਤੇ ਅਗਾਂਹ ਨਾ ਟੁਰੀ, ਕਿਉਂ ਜੇ ਦੋਹਾਂ ਵਿੱਚੋਂ ਇੱਕ ਹੀ ਤੋੜ ਚੜ੍ਹ ਸਕਦਾ ਸੀ, ਮੇਰਾ ਮੁਸਤਕਬਲ ਜਾਂ ਪ੍ਰੇਮ। ਉਸ ਵੇਲੇ ਮੈਨੂੰ ਪੜ੍ਹਾਈ ਪੂਰੀ ਕਰਨ ਦੀ ਤਾਂਘ ਬਹੁਤ ਸੀ, ਭਾਵੇਂ ਅੱਜ ਤੱਕ ਇੱਕ ਖਲਾ ਜਿਹਾ ਹੀ ਲੱਗਦਾ ਏ। ਕਿਧਰੇ ਨਾ ਕਿਧਰੇ ਰੂਹ ਅੰਦਰ ਵੱਡਾ ਖਲਾ ਜ਼ਰੂਰ ਏ। ਮੈਂ ਇਹੀ ਗੱਲਾਂ ਸੋਚ ਰਿਹਾ ਸਾਂ ਕਿ ਕ੍ਰਿਸਟੋਫਰ ਵੀ ਆ ਗਿਆ। ਮੈਂ ਮਾਜ਼ੀ ਲਈ ਆਪਣੇ ਵਾਸਤੇ ਪਾਈਆਂ ਗੁੰਝਲਾਂ ਤੋਂ ਵੱਖਰਾ ਹੋ ਕੇ ਰਹਿ ਗਿਆ। ਕ੍ਰਿਸਟੋਫਰ ਨੂੰ ਮੈਂ ਇਹ ਜਤਾਨਾ ਚਾਹ ਰਿਹਾ ਸਾਂ ਕਿ ਇਹ ਕੋਈ ਐਡਾ ਵੱਡਾ ਮਸਲਾ ਨਹੀਂ ਏ। ਉਹਦੇ ਵਾਸਤੇ ਜਿਨਸਿਆਤੀ ਤੌਰ ਉੱਤੇ ਮੈਚੁਰ ਹੋਣ ਲੱਗਿਆਂ ਕੁੜੀਆਂ ਮੁੰਡਿਆਂ ਲਈ ਇਹ ਨਾਰਮਲ ਜਿਹੀ ਗੱਲ ਏ। ਫਸਟ ਈਅਰ, ਸੈਕਿੰਡ ਈਅਰ ਵਿੱਚ ਕੁਝ ਇਹੋ ਜਿਹੇ ਕੇਸ ਆਂਦੇ ਰਹਿੰਦੇ ਨੇ। ਤੂੰ ਕੀ ਪੜ੍ਹ ਰਿਹਾ ਏ? ਮੈਂ ਕ੍ਰਿਸਟੋਫਰ ਨੂੰ ਸਵਾਲ ਕੀਤਾ, ਸਿਲੇਬਸ ਤੋਂ ਵੱਖਰਾ। ਉਹ ਹੱਸਿਆ। ਸਿਰਫ ਅਖਬਾਰ ਹੀ ਪੜ੍ਹਨਾ। ਪੜ੍ਹਿਆ ਕਰ, ਚੰਗਾ ਹੁੰਦਾ ਏ। ਫਿਲਮਾਂ ਵੀ ਵੇਖਦੇ ਹੋ? ਮੈਂ ਉਹਨੂੰ ਆਪਣੇ ਕੋਲ ਬੈਠਣ ਤੇ ਰਾਜ਼ਦਾਰਾਨਾ ਲਹਿਜੇ ਵਿੱਚ ਪੁੱਛਿਆ। ਨਹੀਂ ਸਰ ਜੀ, ਘਰ ਵਿੱਚ ਬਹੁਤ ਸਖਤੀ ਏ। ਮੈਨੂੰ ਇੱਕ ਨੁਕਤਾ ਲੱਭ ਗਿਆ ਸੀ। ਕਿੰਨੇ ਭੈਣ ਭਰਾ ਹੋ? ਸਰ, ਮੇਰੀਆਂ 4 ਭੈਣਾਂ ਨੇ। ਮੈਂ ਸੈਕਿੰਡ ਲਾਸਟ ਹਾਂ। ਓਕੇ, ਸਵੇਰੇ ਜਲਦੀ ਉੱਠ ਕੇ ਸੈਰ ਕਰੋ। ਕਿਤਾਬਾਂ ਪੜ੍ਹਨ ਦੀ ਮੈਂ ਉਹਨੂੰ ਤਾਕੀਦ ਕਰ ਦਿੱਤੀ ਤੇ ਨਾਲੇ ਮੈਂ ਉਹਨੂੰ ਇੱਕ ਬਾਡੀ ਬਿਲਡਿੰਗ ਕਲੱਬ ਜੁਆਇਨ ਕਰਨ ਵਾਸਤੇ ਕਹਿ ਦਿੱਤਾ। ਉਸ ਦਿਨ ਮੈਂ ਕ੍ਰਿਸਟੋਫਰ ਬਾਰੇ ਬਹੁਤ ਸੋਚਿਆ। ਘਰ ਆ ਕੇ ਮੈਂ ਸੋਚਦਾ ਰਿਹਾ, ਫਿਰ ਕੀ ਸੀ। ਮੈਂ ਆਪਣੇ ਆਪ ਤੋਂ ਬਹੁਤ ਦੂਰ ਹੁੰਦਾ ਗਿਆ। ਆਖਿਰ ਕਿਤਾਬ ਫੜ ਕੇ ਪੜ੍ਹਨ ਬਹਿ ਗਿਆ। ਬਹੁਤ ਕੁਝ ਸ਼ਾਂਤ
ਹੁੰਦਾ ਜਾ ਰਿਹਾ ਸੀ ਤੇ ਅਜਿਹਾ ਸ਼ਾਂਤ ਹੋਇਆ ਕਿ ਸਵੇਰ ਤੱਕ ਨੀਂਦਰ ਨੇ ਮੈਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਮੋਬਾਈਲ ਦੀ ਘੰਟੀ ਵੱਜ ਰਹੀ ਸੀ। ਮੇਰੀ ਅੱਖ ਖੁੱਲ੍ਹ ਗਈ। ਮੇਰੀ ਬੀਵੀ ਮੇਰੇ ਤੋਂ ਤੇ ਆਪਣੇ ਆਪ ਤੋਂ ਬੇਫਿਕਰੀ ਹੋਈ ਸੁੱਤੀ ਪਈ ਸੀ। ਮੈਂ ਫ਼ੋਨ ਚੁੱਕਿਆ। ਇੱਕ ਘਬਰਾਈ ਉਖੜੇ ਸਾਹਾਂ ਨਾਲ ਰਲੀ ਮਿਲੀ ਹੋਈ ਆਵਾਜ਼ ਆਈ, ਕੀ ਤੁਸੀਂ ਜਾਵੇਦ ਬੋਲ ਰਹੇ ਹੋ? ਹਾਂ, ਮੈਂ ਜਾਵੇਦ ਬੋਲ ਰਿਹਾ ਹਾਂ। ਮੇਰਾ ਨਾਂ ਅਸ਼ਰਫ ਅਲੀ ਹੈ। ਮੈਂ ਜਨਾਹ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਅੰਦਰ ਤੋਂ ਗੱਲ ਕਰ ਰਿਹਾ ਹਾਂ। ਉਹਨੇ ਆਪਣੇ ਉਖੜੇ ਹੋਏ ਸਾਹਾਂ ਨੂੰ ਠੀਕ ਕੀਤਾ। ਦੱਸੋ ਜੀ, ਖੈਰ ਹੈ ਨਾ? ਮੈਂ ਇੱਕ ਅਣਜਾਣੇਪਨ ਨੂੰ ਮੁਕਾਉਣ ਦਾ ਯਤਨ ਕੀਤਾ। ਤੁਹਾਡੀ ਬਲੱਡ ਡੋਨਰ ਸੁਸਾਇਟੀ ਹੈ? ਜੀ ਹਾਂ, ਮੈਂ ਉਹਦਾ ਪ੍ਰੈਜ਼ੀਡੈਂਟ ਬੋਲ ਰਿਹਾ ਹਾਂ। ਜਾਵੇਦ, ਮੈਂ ਇੱਕ ਵਾਰ ਫਿਰ ਆਪਣਾ ਨਾਂ ਦੱਸਿਆ। ਜਾਵੇਦ ਸਾਹਿਬ, ਤੁਹਾਡੀ ਮਦਦ ਦੀ ਲੋੜ ਪੈ ਗਈ ਹੈ। ਉਹ ਇੱਕੋ ਸਾਹੇ ਬੋਲਣ ਲੱਗਾ। ਰਾਤ ਨੂੰ ਆਉਂਦਿਆਂ ਮੇਰੀ ਬੇਗਮ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਈ ਹੈ। ਸਿਰ ਪੂਰੇ ਦਾ ਪੂਰਾ ਫਿਸ ਗਿਆ ਹੈ। ਆਪਰੇਸ਼ਨ ਹੋਵੇਗਾ। ਆਪਰੇਸ਼ਨ? ਇੱਕ ਤੋਂ ਵੱਧ ਬੋਤਲਾਂ ਚਾਹੀਦੀਆਂ ਨੇ, B ਨੈਗੇਟਿਵ ਖੂਨ ਦੀਆਂ। ਮੈਨੂੰ ਉਹ ਬੜਾ ਹੀ ਵਿਚਾਰਾ ਲੱਗਣ ਲੱਗਾ। ਤੁਸੀਂ ਮੈਨੂੰ ਆਪਣਾ ਮੋਬਾਈਲ ਨੰਬਰ ਜਾਂ ਘਰ ਦਾ ਨੰਬਰ ਦਿਓ। ਸਵੇਰੇ 8 ਵਜੇ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ। ਮੈਂ ਘੜੀ ਵੱਲ ਵੇਖਿਆ। ਹਾਲੇ ਬਹੁਤ ਸਵੇਰ ਹੈ। ਰੱਬ ਨੇ ਚਾਹਿਆ ਤਾਂ ਕੋਈ ਮਾਯੂਸੀ ਨਹੀਂ ਹੋਵੇਗੀ। ਮੈਂ ਜਿਵੇਂ ਉਹਨੂੰ ਵਿਚਾਰ ਰਿਹਾ ਸਾਂ। ਬੇਸ਼ੱਕ ਮੈਨੂੰ ਖਾਲਿਕ ਉੱਤੇ ਪੂਰਾ ਭਰੋਸਾ ਹੈ। ਉਹਨੇ ਆਖਿਆ, ਮੈਂ ਤੁਹਾਨੂੰ ਆਪ ਫੋਨ ਕਰ ਲਵਾਂਗਾ। ਉਂਝ ਵੀ ਖੂਨ 10-12 ਵਜੇ ਚਾਹੀਦਾ ਹੈ। 2 ਵਜੇ ਆਪਰੇਸ਼ਨ ਹੋਵੇਗਾ। ਸ਼ਾਮ ਵੇਲੇ ਰੋਜ਼ੀ ਰੋਟੀ ਚਲਾਉਣ ਲਈ ਅਕੈਡਮੀ ਖੋਲ੍ਹੀ ਹੋਈ ਹੈ। ਇੱਕ ਦਿਹਾੜੇ ਦੋਸਤ ਨੂੰ ਬਲੱਡ ਦਾਨ ਕੀਤਾ ਤਾਂ ਖਿਆਲ ਆਇਆ, ਕਿਉਂ ਨਾ ਲੋਕਾਂ ਲਈ ਕੁਝ ਕੀਤਾ ਜਾਵੇ। ਇਸੇ ਲਈ ਮਿੱਤਰਾਂ ਨੂੰ ਇਕੱਠਿਆਂ ਕੀਤਾ। ਉਹਨਾਂ ਦਾ ਬਲੱਡ ਗਰੁੱਪ ਚੈੱਕ ਕਰਵਾਇਆ। ਯਰਕਾਨ ਵਾਲਿਆਂ ਨੂੰ ਵੱਖਰਾ ਕੀਤਾ। ਫਿਰ ਨਵੇਂ ਬਲੱਡ ਡੋਨਰ ਤਿਆਰ ਕਰਨ ਲਈ ਕਿਹਾ। ਸਭ ਤੋਂ ਪਹਿਲਾਂ ਹੀ ਬਹਾੜੀ ਤੋਂ ਆਈ ਜ਼ਨਾਨੀ ਨੇ ਸਾਡੇ ਤੋਂ ਬਲੱਡ ਹਾਸਲ ਕੀਤਾ। ਸਾਹਮਣੀ ਗਲੀ ਤੋਂ ਅੱਗੇ ਚਿਲਡਰਨ ਹਸਪਤਾਲ ਹੈ ਤੇ ਉਸ ਜ਼ਨਾਨੀ ਦਾ ਪਹਿਲਾ ਹੀ ਪੁੱਤਰ ਸੀ। ਉਹਨੇ ਕਿੰਨੀ ਖੁਸ਼ੀ ਵਿੱਚ ਸਾਨੂੰ ਆ ਕੇ ਦੁਆਵਾਂ ਦਿੱਤੀਆਂ ਤੇ ਫਿਰ ਇੱਕ ਮਹੀਨੇ ਮਗਰੋਂ ਆਈ। ਅਸੀਂ ਉਹਨੂੰ ਭੁੱਲ ਵੀ ਗਏ ਸਾਂ। ਉਹ ਤਾਂ ਦੇਗ ਪਕਾ ਕੇ ਲਿਆਈ, ਜ਼ਰਦੇ ਦੀ ਦੇਗ, ਤੇ ਉਹਦਾ ਢੱਕਣ ਉਸੇ ਹੀ ਮੁੰਡੇ ਨੇ ਚੁੱਕਿਆ ਜਿਹਨੇ A ਪੋਜ਼ੀਟਿਵ ਖੂਨ ਦਿੱਤਾ ਸੀ। ਮੈਂ ਹੁਣ ਕ੍ਰਿਸਟੋਫਰ ਬਾਰੇ ਸੋਚਣ ਲੱਗਾ। ਕਿਧਰੇ ਉਹਦੇ ਚਾਚੇ ਦੀ ਧੀ ਵੀ ਤਾਂ ਉਸੇ ਹੀ ਕਾਲਜ ਵਿੱਚ ਪੜ੍ਹਦੀ ਏ, ਪਰ ਉਹਦਾ ਸੈਕਸ਼ਨ ਵੱਖਰਾ ਏ। ਕਿਧਰੇ ਉਹ ਬੇਬਸ ਹੀ ਨਾ ਹੋ ਗਿਆ ਹੋਵੇ। ਨਹੀਂ, ਇਹ ਨਹੀਂ ਹੋ ਸਕਦਾ। ਮੁਸਲਮਾਨਾਂ ਵਿੱਚ ਤਾਂ ਚਾਚੇ ਦੀ ਧੀ ਨਾਲ ਵਿਆਹ ਹੋ ਸਕਦਾ ਏ, ਪਰ ਕ੍ਰਿਸਚਨਾਂ ਵਿੱਚ ਨਹੀਂ। ਮੈਂ ਇਸ ਬਾਰੇ ਇੱਕ ਵਾਰ ਫਿਰ ਸੋਚਣ ਲੱਗ ਜਾਂਦਾ ਹਾਂ। ਕਿਧਰੇ ਹੋਰ ਹੀ ਟੈਨਸ਼ਨ ਨਾ ਹੋਵੇ। ਇਸੇ ਲਈ ਤੇ ਮੈਂ ਖੁੱਲ੍ਹ ਕੇ ਇਲੈਕਟਰ ਉੱਤੇ ਐਡਿਪਸ ਕੰਪਲੈਕਸ ਨਹੀਂ ਸਾਂ ਬਿਆਨ ਕਰਦਾ। ਬਹੁਤ ਸਾਰੀਆਂ ਗੱਲਾਂ ਦੀ ਵੀ ਸਮਾਜ ਦੇ ਡਰ ਤੋਂ ਵਜ਼ਾਹਤ ਨਹੀਂ ਕੀਤੀ ਜਾਂਦੀ ਤੇ ਨਾ ਹੀ ਕਰਨੀ ਚਾਹੀਦੀ ਏ। ਜਿੱਥੇ ਇੰਨੀ ਘੁਟਨ ਹੋਵੇ ਉੱਥੇ ਤਾਂ ਬਿਲਕੁਲ ਨਹੀਂ। ਮੈਂ ਸਵੇਰ ਦੀ ਕਲਾਸ ਪੜ੍ਹਾਉਣ ਚਲਾ ਗਿਆ। ਇੱਕ ਕੁੜੀਆਂ ਦਾ ਸਕੂਲ ਏ ਜਿੱਥੇ ਹਰ ਕੁੜੀ ਲਈ ਨਕਾਬ ਕਰਨਾ ਜ਼ਰੂਰੀ ਏ,
ਕਿਉਂ ਜੇ ਉਹ ਸਕੂਲੀ ਤਾਲੀਮ ਦੇ ਨਾਲ ਹਿਫਜ਼ ਵੀ ਕਰਦੀਆਂ ਨੇ। ਉਹਨਾਂ ਦੇ ਹੈਡ ਮਿਨਿਸਟਰ ਵੀ ਬਹੁਤ ਹੀ ਸਖਤ ਨੇ। ਅੰਗਰੇਜ਼ੀ ਅਤੇ ਸਾਇੰਸ ਦੇ ਮਜ਼ਮੂਨਾਂ ਵਾਸਤੇ ਮਰਦ ਟੀਚਰ ਹੀ ਪੜ੍ਹਾਉਣ ਆਉਂਦੇ ਨੇ। ਕਲਾਸਾਂ ਅੰਦਰ ਕੈਮਰੇ ਲੱਗੇ ਨੇ। ਪ੍ਰਿੰਸੀਪਲ ਕਮਰੇ ਵਿੱਚ ਬੈਠਾ ਸਭ ਤੱਕ ਰਿਹਾ ਹੁੰਦਾ ਏ। ਕਿੰਨੀਆਂ ਵੀ ਨਜ਼ਰਾਂ ਤੁਹਾਨੂੰ ਘੂਰਦੀਆਂ ਰਹਿਣ, ਕੋਈ ਪਰਵਾਹ ਨਾ ਕਰੋ। ਨੌਕਰੀ ਬਹੁਤੀ ਜ਼ਰੂਰੀ ਏ। ਛੋਕਰੀ ਦੀ ਫਿਕਰ ਨਾ ਕਰੋ। ਮੈਂ ਤੇ ਇਹੀ ਕੁਲੀਆ ਬਣਾ ਕੇ ਇੱਥੇ ਪਹਿਲਾ ਪੀਰੀਅਡ ਲੈਣ ਆ ਜਾਣਾ ਵਾਂ। ਸਰ, ਮੈਨੂੰ ਲੱਗਦਾ ਏ ਇੰਜ ਮੈਨੂੰ ਰੱਬ ਨਹੀਂ ਲੱਭਣਾ। ਅਕਸਰ ਪਿਛਲੇ 3 ਸਾਲ ਤੋਂ ਹਿਫਜ਼ ਵਿੱਚ ਨਾਕਾਮ ਹੋਣ ਵਾਲੀ ਕੁੜੀ ਕਹਿੰਦੀ ਏ, ਇਹ ਪੀਰੀਅਡ ਮੁੱਕਦਾ ਤੇ ਜਾਨ ਵਿੱਚ ਜਾਨ ਆ ਜਾਂਦੀ। ਮੈਨੂੰ ਬਹੁਤ ਅਰਜੈਂਟ ਖੂਨ ਦੀ ਲੋੜ ਪੈ ਗਈ ਏ। ਇੱਕ ਬੋਤਲ ਈ ਕਰ ਦਿਓ। ਉਹ ਭਰੇ ਹੋਏ ਗੱਚ ਨਾਲ ਬੋਲ ਰਿਹਾ ਸੀ। ਮੇਰੀ ਬੀਵੀ ਨੂੰ ਕਿਧਰੇ ਕੁਝ ਨਾ ਹੋ ਜਾਵੇ, ਉਹਦੀ ਹਾਲਤ ਮੇਰੇ ਤੋਂ ਵੇਖੀ ਨਹੀਂ ਜਾਂਦੀ। ਅੱਛਾ, ਮੈਂ ਕੁਝ ਕਰਨਾ, ਕਹਿ ਕੇ ਮੈਂ ਉਹਨੂੰ ਤਸੱਲੀ ਦਿੱਤੀ ਤੇ ਫਿਰ ਰਜਿਸਟਰ ਕੱਢ ਕੇ ਬਲੱਡ ਡੋਨਰ ਦੇ ਪਤੇ ਲੱਭਣ ਲੱਗ ਪਿਆ। ਮੋਟਰਸਾਈਕਲ ਫੜੀ ਤੇ ਸਿੱਧਾ ਉਹਨਾਂ ਦੇ ਘਰ। ਫੋਨ ਇਸ ਲਈ ਨਾ ਕੀਤਾ ਕਿ ਰਾਤ ਨੂੰ ਸੌਣ ਲੱਗਿਆਂ ਉਹਨਾਂ ਨੇ ਬੰਦ ਕਰ ਦਿੱਤਾ ਹੋਣਾ ਏ ਜਾਂ ਫਿਰ ਸਾਇਲੈਂਟ 'ਤੇ ਲੱਗੇ ਹੋਣ ਕਰਕੇ ਅਟੈਂਡ ਨਹੀਂ ਕਰਨਗੇ। ਨਾਲੇ ਜੇ ਉਹ ਮਿਲ ਗਏ ਤੇ ਉਹਨਾਂ ਨੂੰ ਮੋਟਰਸਾਈਕਲ ਉੱਤੇ ਹੀ ਬਿਠਾ ਕੇ ਲੈ ਆਵਾਂਗਾ। ਇੱਕ ਤੋਂ ਬਾਅਦ ਦੂਜੇ ਦਾ ਬੂਹਾ ਖੜਕਾਇਆ। 3 ਹੀ ਮਤਲੂਬਾ ਬਲੱਡ ਗਰੁੱਪ ਰੱਖਦੇ ਸਨ। ਉਹਨਾਂ ਵਿੱਚੋਂ 2 ਤੇ ਪਿਛਲੇ ਮਹੀਨੇ ਹੀ ਬਲੱਡ ਦਾਨ ਕਰ ਚੁੱਕੇ ਸਨ। ਤੀਜਾ ਸ਼ਹਿਰੋਂ ਬਾਹਰ ਸੀ। ਉਹਦਾ ਮੋਬਾਈਲ ਵੀ ਬੰਦ ਤੇ ਹੋਰ ਕੋਈ ਰਾਬਤਾ ਵੀ ਨਹੀਂ। ਉੱਥੇ ਆਉਣ ਜਾਣ ਵਿੱਚ ਕੋਈ 1.5 ਕੁ ਦਿਹਾੜ ਲੱਗ ਜਾਣਾ ਸੀ। ਮੈਂ ਨਿਰਾਸ਼ ਪਰਤ ਰਿਹਾ ਸਾਂ। ਐਵੇਂ ਹੀ ਮੇਰੇ ਜ਼ਿਹਨ ਅੰਦਰ ਕ੍ਰਿਸਟੋਫਰ ਵੜ ਆਇਆ। ਮੇਰੀ ਸੋਚ ਨੈਗੇਟਿਵ ਹੁੰਦੀ ਜਾ ਰਹੀ ਏ। ਕਿਧਰੇ ਉਹ ਇੱਕ ਤੋਂ ਬਾਅਦ ਦੂਜੀ ਵਾਰ ਤੇ ਫਿਰ ਵਾਰ-ਵਾਰ ਨਿਰਾਸ਼ ਨਾ ਹੋਇਆ ਹੋਵੇ। ਮੈਂ ਕ੍ਰਿਸਟੋਫਰ ਬਾਰੇ ਸੋਚਣ ਲੱਗਾ ਸਾਂ। ਕੋਈ ਅੱਧੇ ਕੁ ਘੰਟੇ ਬਾਅਦ ਬਾਈਕ ਚਲਾ ਵਰ੍ਹਿਆਂ ਤੋਂ ਥੱਕਿਆ ਲੱਗਦਾ ਮੈਂ ਗੇਟ ਖੋਲ੍ਹ ਕੇ ਬਾਈਕ ਨੂੰ ਸਟੈਂਡ 'ਤੇ ਲਾਇਆ। ਮੇਰੀ ਬੀਵੀ ਉੱਠ ਗਈ ਹੋਈ ਸੀ। ਤੁਹਾਡੇ ਲਈ ਅੱਜ ਨਵਾਂ ਨਾਸ਼ਤਾ ਬਣਾਇਆ ਏ, ਬੁੱਝ ਲਿਓ। ਉਹ ਰਾਤ ਦੇ ਖੁੱਲ੍ਹੇ ਵਾਲਾਂ ਨੂੰ ਮੇਰੇ ਲਿਆਂਦੇ ਕਲਿੱਪ ਵਿੱਚ ਫਸਾਂਦੀ ਹੋਈ ਬੋਲੀ। ਨਵਾਂ ਨਾਸ਼ਤਾ ਤੇ ਮੈਨੂੰ ਇੱਕਦਮ ਯਾਦ ਆਇਆ। ਮੈਂ ਨਵੇਂ ਬਲੱਡ ਡੋਨਰਸ ਦਾ ਨਾਂ ਰਜਿਸਟਰ ਦੇ ਆਖਿਰ ਉੱਤੇ ਲਿਖਿਆ ਸੀ। ਪਿਛਲੇ 1 ਮਹੀਨੇ ਤੋਂ ਕੋਈ ਬਲੱਡ ਲੈਣ ਵਾਲਾ ਨਹੀਂ ਆਇਆ ਤੇ ਨਵਿਆਂ ਦਾ ਮੈਨੂੰ ਖਿਆਲ ਹੀ ਨਹੀਂ ਸੀ ਆਇਆ। ਨਾਸ਼ਤਾ ਬਾਦੋ ਜਾਣੇ ਮਨ। ਮੈਂ ਥੋੜ੍ਹਾ ਜਿਹਾ ਖੁਸ਼ ਹੁੰਦਿਆਂ ਉਹਦੇ ਵਾਲਾਂ ਵਿੱਚ ਗਵਾਚਿਆ। ਅੰਦਰ ਜਾ ਕੇ ਰਜਿਸਟਰ ਖੋਲ੍ਹਣ ਲੱਗਾ। ਕਾਹਲੀ ਵਿੱਚ ਲਿਖੇ ਹੋਏ ਨਾਵਾਂ ਵਾਲੇ ਵਰਕੇ ਥਲਦਾ ਮੈਂ ਮਤਲੂਬਾ ਬਲੱਡ ਗਰੁੱਪ ਵਾਲਾ ਇੱਕ ਡੋਨਰ ਲੱਭ ਹੀ ਲਿਆ। ਮੇਰੇ ਤੋਂ ਹੀ ਮੈਟ੍ਰਿਕ ਕੀਤੀ ਸੀ। ਬਾਦੋ ਸੈਂਟਰੀ ਦੇ ਵਸੀਹ ਕੰਮ ਵਿੱਚ ਉਹਨੇ ਆਪਣੇ ਪਿਓ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਜਿੰਨੀ 1 ਮਹੀਨੇ ਦੀ ਤਨਖਾਹ ਬਣਦੀ, ਉਹਦੀ 1 ਹਫ਼ਤੇ ਵਿੱਚ ਓਨੀ ਕਮਾਈ ਹੋ ਜਾਂਦੀ। ਅੱਜ ਕੱਲ੍ਹ ਤੇ ਉਹਨੇ 1 to 5 ਨਵਾਂ ਕਢਾਇਆ ਹੋਇਆ ਸੀ। ਮੈਨੂੰ ਮਿਠਾਈ ਵੀ ਖਵਾਈ ਸਾਸੂ। ਲਓ ਜੀ, ਕੰਮ ਬਣ ਗਿਆ। ਮੈਂ ਮੱਖਣ ਵਾਲੇ ਸਲਾਈਸ ਖਾਣ ਲੱਗਾ। ਉਹਨੂੰ ਅਸੀਂ ਆਪਣੇ ਘਰ ਵਿੱਚ ਨਵਾਂ ਨਾਸ਼ਤੇ ਦਾ ਨਾਂ ਦਿੱਤਾ ਏ, ਕਿਉਂ ਜੇ ਇਹ 5 ਮਿੰਟਾਂ ਵਿੱਚ ਤਿਆਰ ਹੋ ਜਾਂਦਾ ਏ। ਨਹੀਂ ਤਾਂ ਅਸੀਂ ਪਰਾਠਿਆਂ ਨੂੰ ਪੁਰਾਣਾ ਨਾਸ਼ਤਾ ਆਖਦੇ
ਰਹਿੰਦੇ ਹਾਂ। ਚਾਹ ਦਾ ਮੱਕ ਮੁਕਾਇਆ ਮੈਂ ਕਾਲਜ ਫੋਨ ਕਰਕੇ ਦੱਸਿਆ ਕਿ ਮੈਂ ਅੱਜ 1 ਪੀਰੀਅਡ ਲੇਟ ਆਵਾਂਗਾ। ਕਿਸੇ ਬਿਮਾਰੀ ਦਾ ਬਹਾਨਾ, ਸਿਰ ਦਰਦ ਤੋਂ ਵੱਧ ਕੁਝ ਹੋਰ ਨਹੀਂ ਹੋ ਸਕਦਾ। ਮੈਂ ਬਲੱਡ ਡੋਨਰ ਨੂੰ ਫੋਨ ਕੀਤਾ। 11 ਵਜੇ ਉਹਨੂੰ ਫੋਨ ਦੇ ਅਤੀਏ ਵਾਸਤੇ ਤਿਆਰ ਕੀਤਾ। ਚੰਦ ਮਿੰਟਾਂ ਬਾਅਦ ਮੈਨੂੰ ਜਨਾਹ ਹਸਪਤਾਲ ਤੋਂ ਫੋਨ ਆ ਗਿਆ। ਮੇਰੇ ਵਾਸਤੇ ਖੂਨ ਦਾ ਬੰਦੋਬਸਤ ਹੋ ਗਿਆ ਏ। ਛੇਤੀ ਚਾਹੀਦਾ ਏ, ਉਹ ਬੋਲਣ ਲੱਗਾ। ਇੱਕ ਹੋਰ ਮਿਹਰਬਾਨੀ ਕਰੋ, ਮੈਂ ਇੱਥੇ ਇਕੱਲਾ ਵਾਂ, ਪਿੰਡੋਂ ਹਾਲੇ ਕੋਈ ਨਹੀਂ ਆਇਆ। ਤੁਸੀਂ ਇੱਧਰ ਹੀ ਆ ਜਾਓ। ਆ ਜਾਂਦੇ ਆ। ਕੋਈ ਹੋਰ ਸੇਵਾ? ਨਹੀਂ ਜੀ, ਮਿਹਰਬਾਨੀ, ਪਰ ਮੈਂ ਤੁਹਾਨੂੰ ਪਛਾਣਾਂਗਾ ਕਿਵੇਂ? ਜਨਾਹ ਹਸਪਤਾਲ ਦੇ ਮੇਨ ਗੇਟ ਉੱਤੇ ਸੁਖਚੈਨ ਦਾ ਰੁੱਖ ਹੈ ਨਾ? ਹਾਂ ਜੀ ਜਨਾਬ, ਉਹਦੇ ਸੱਜੇ ਪਾਸੇ ਖਲੋਤਾ ਹੋਵਾਂਗਾ। ਕਿਹੜੇ ਰੰਗ ਦੇ ਕੱਪੜੇ ਪਾਏ ਜੇ? ਮੈਂ ਬੋਸਕੀ ਦਾ ਸੂਟ ਪਾਇਆ। ਸਿਰ ਤੋਂ ਗੰਜਾ ਤੇ ਦਾੜੀ ਏ। ਫਰਿਸ਼ਤਿਆਂ ਨੂੰ ਤੇ ਅਸੀਂ ਪਛਾਣ ਹੀ ਜਾਵਾਂਗੇ। ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਬੋਲ ਪਿਆ। ਮੈਂ ਜਵਾਬ ਦੇਣ ਦੀ ਥਾਂ ਕਹਿਕਾ ਲਾ ਛੱਡਿਆ। ਮੈਂ ਡੋਨਰ ਦੇ ਸੈਂਟਰੀ ਸਟੋਰ 'ਤੇ ਚਲਾ ਗਿਆ। ਉਹ ਕੰਮ ਵਿੱਚ ਮਸਰੂਫ ਸੀ। ਗਾਹਕਾਂ ਦਾ ਰਸ਼ ਲੱਗਿਆ ਹੋਇਆ। ਮੇਰੇ ਜਾਣ ਤੋਂ ਪਹਿਲਾਂ ਹੀ ਉਹਨੇ ਆਪਣੇ ਪਿਓ ਤੇ ਵੱਡੇ ਭਰਾ ਨੂੰ ਮੇਰੇ ਬਾਰੇ ਤੇ ਬਲੱਡ ਦਾਨ ਕਰਨ ਬਾਰੇ ਦੱਸ ਚੁੱਕਿਆ ਸੀ ਤੇ ਨਾ ਤੇ ਉਹਦੇ ਪਿਓ ਦੇ ਮੱਥੇ ਉੱਤੇ ਵੱਟ ਸੀ ਤੇ ਨਾ ਉਹਦੇ ਵੱਡੇ ਭਰਾ ਦੇ। ਤੂੰ ਜਾ, ਖੁਦਾ ਖੈਰ ਕਰਸੀ, ਉਹਨਾਂ ਨੇ ਕਿਹਾ ਤੇ ਉਹ ਫਰਮਾਬਰਦਾਰੀ ਵਿੱਚ ਦੱਸਣ ਲੱਗਾ। ਮੈਂ 1.5-2 ਘੰਟਿਆਂ ਮਗਰੋਂ ਮੁੜ ਆਵਾਂਗਾ। ਦਰਾਜ਼ ਵਿੱਚੋਂ ਮੋਟਰਸਾਈਕਲ ਦੀਆਂ ਚਾਬੀਆਂ ਕੱਢ ਕੇ ਉਹ ਕਹਿਣ ਲੱਗਾ, ਇਹ ਤੇ ਜਨਾਹ ਹਸਪਤਾਲ ਏ। ਫਿਰ ਅਸੀਂ ਉੱਥੇ ਅੱਪੜੇ ਜਿੱਥੇ ਸਾਡਾ ਇੰਤਜ਼ਾਰ ਹੋ ਰਿਹਾ ਸੀ। ਉਹ ਦੂਰੋਂ ਹੀ ਪਛਾਣਿਆ ਗਿਆ। ਟਕਲਾ, ਦਾੜੀ ਤੇ ਗਿੱਟਿਆਂ ਤੋਂ ਉੱਚੀ ਸ਼ਲਵਾਰ। ਇਹ ਸ਼ਾਇਦ ਉਹ ਦੱਸਣਾ ਭੁੱਲ ਹੀ ਗਿਆ ਸੀ। ਜਾਂਦਿਆਂ ਹੀ ਅਸੀਂ ਤੇ ਸਿਆਣ ਲਿਆ, ਪਰ ਉਹ ਫਰਿਸ਼ਤਿਆਂ ਨੂੰ ਨਾ ਸਿਆਣ ਸਕਿਆ। ਘੁੱਟ ਕੇ ਜੱਫੀ ਪਾ ਸਾਨੂੰ ਮਿਲਿਆ। ਇੱਕ ਘੰਟੇ ਬਾਅਦੋਂ ਆਪਰੇਸ਼ਨ ਏ, ਉਹ ਦੱਸ ਰਿਹਾ ਸੀ। ਆਓ ਜੀ, ਉਹਨੂੰ ਬਹੁਤੀ ਕਾਹਲੀ ਲੱਗਦੀ ਏ। ਅਸੀਂ ਬਲੱਡ ਬੈਂਕ ਵੱਲ ਜਾਣ ਲੱਗੇ। ਰਜਿਸਟਰੀ ਆਫਿਸਰ ਜਾਣਨ ਵਾਲਾ ਨਿਕਲ ਆਇਆ। ਉਹ ਮੇਰੇ ਨਾਲ ਗੱਲਾਂ ਕਰਨ ਲੱਗਾ। ਮੈਂ ਆਪਣੀ ਸੁਸਾਇਟੀ ਦਾ ਨਾਂ ਪਤਾ ਲਿਖਵਾਇਆ। ਤੁਹਾਡਾ ਨਾਂ? ਬਲੱਡ ਡੋਨਰ ਦਾ ਨਾਂ? ਉਹ ਪੁੱਛ ਰਿਹਾ ਸੀ। ਉਹ ਬੋਲਿਆ, ਜੀ ਟੋਨੀ ਆਈਜ਼ੈਕ। ਬਲੱਡ ਲੈਣ ਵਾਲੇ ਸਾਹਿਬ ਨੇ ਤਾਂ ਪਹਿਲਾਂ ਹੀ ਆਪਣਾ ਸ਼ਨਾਖਤੀ ਕਾਰਡ ਅੱਗੇ ਰੱਖ ਦਿੱਤਾ। ਜਦ ਰਜਿਸਟਰੀ ਆਫਿਸਰ ਟੋਨੀ ਦਾ ਨਾਂ ਲਿਖਣ ਲੱਗਾ ਤੇ ਸਾਹਿਬ ਨੇ ਕਲਮ ਵੱਲ ਹੱਥ ਵਧਾਉਂਦਿਆਂ ਰੁਕ ਜਾਣ ਦਾ ਕਿਹਾ। ਨਹੀਂ, ਰਹਿਣ ਦਿਓ ਜੀ। ਇੱਕ ਕਾਵੜ ਉਹਦੇ ਮੁੱਖ ਉੱਤੇ ਆ ਗਈ। ਮੈਨੂੰ ਨਹੀਂ ਖੂਨ ਚਾਹੀਦਾ। ਇਹ ਖੂਨ ਸਾਡੇ ਮਜ਼ਹਬ ਦਾ ਨਹੀਂ। ਮੈਂ ਆਪਣੇ ਪਿੱਛੇ ਖਲੋਤੇ ਟੋਨੀ ਵੱਲ ਵੇਖਣ ਲਈ ਪੇਸ਼ਾਨਾ ਗਰਦਨ ਕੀਤੀ। ਉੱਥੇ ਹੁਣ ਕੁਝ ਵੀ ਨਹੀਂ ਸੀ। ਇੱਕ ਪਾਸੇ ਰੋਂਦੇ ਕੁਰਲਾਉਂਦੇ ਲੋਕਾਂ ਦਾ ਰਸ਼ ਸੀ ਤੇ ਦੂਜੇ ਪਾਸੇ ਕੁਝ ਵੀ ਨਹੀਂ ਸੀ। ਇਸ ਵੇਲੇ ਮੈਂ ਕ੍ਰਿਸਟੋਫਰ ਦੀ ਨੈਗੇਟਿਵ ਹੁੰਦੀ ਸੋਚ ਬਾਰੇ ਸੋਚਣਾ ਬਿਲਕੁਲ ਪਸੰਦ ਨਹੀਂ ਸੀ ਕਰ ਰਿਹਾ।